ਹਾਲੇਲੂਇਆ। ਸਾਰੇ ਭੈਣ ਭਾਈਆਂ ਨੂੰ ਜੈ ਮਸੀਹ ਦੀ। ਫਿਰ ਤੋਂ ਪ੍ਰਭੂ ਯਿਸੂ ਮਸੀਹ ਦੇ ਅਨੁਗ੍ਰਹਿ ਕਿਰਪਾ ਦੁਆਰਾ ਪ੍ਰਭੂ ਨੇ ਸੁੰਦਰ ਸਮੇਂ ਲਈ ਫਿਰ ਤੋਂ ਕਿਰਪਾ ਕੀਤੀ ਹੈ ਕਿ ਮੈਂ ਤੁਹਾਡੇ ਨਾਲ ਪਰਮੇਸ਼ਵਰ ਦੇ ਕਲਾਮ ਨੂੰ, ਪਰਮੇਸ਼ਵਰ ਦੀ ਇਸ ਰੋਟੀ ਨੂੰ ਤੁਹਾਡੇ ਨਾਲ ਵੰਡ ਸਕਾਂ। ਧੰਨਵਾਦ ਅੱਜ ਦੇ ਸ਼ਬਦ ਦੇ ਦਿਨ ਲਈ, ਧੰਨਵਾਦ। ਅੱਜ ਦਾ ਕਲਾਮ, ਅੱਜ ਦੀ ਰੋਟੀ ਪਰਮੇਸ਼ਵਰ ਨੇ ਬਹੁਤ ਅੱਛੀ ਦਿੱਤੀ ਹੈ, ਕਿਉਂਕਿ ਪ੍ਰਭੂ ਵੀ ਉਸ ਦਿਨ ਵਿਆਹ ਦੇ ਵਿੱਚ ਗਏ ਸੀ, ਕਿਉਂਕਿ ਵਿਆਹ ਦੇ ਵਿੱਚ ਬਹੁਤ ਵਧੀਆ ਪਕਵਾਨ ਬਣਦੇ ਆ। ਤਾਂ ਉਸੇ ਤਰ੍ਹਾਂ ਪਰਮਾਤਮਾ ਨੇ ਉਸ ਜਗ੍ਹਾ 'ਤੇ ਬੈਠੇ ਹੋਏ ਕੁਛ, ਜਿਸ ਤਰ੍ਹਾਂ ਆਪਾਂ ਵਿਆਹ ਦੇ ਵਿੱਚ ਜਾਂਦੇ ਹਾਂ ਤਾਂ ਵਿਆਹ ਦੇ ਵਿੱਚ ਬਹਿ ਕੇ ਲੋਕਾਂ ਨੂੰ ਦੇਖਦੇ ਹਾਂ, ਕੋਈ ਕਿਸ ਤਰ੍ਹਾਂ ਦਾ ਹੁੰਦਾ, ਕੋਈ ਕਿਸ ਤਰ੍ਹਾਂ ਦਾ ਹੁੰਦਾ, ਕੋਈ ਕਿਸ ਤਰ੍ਹਾਂ ਦਾ ਹੁੰਦਾ ਹੈ। ਇਸੇ ਤਰ੍ਹਾਂ ਹੀ ਪਰਮਾਤਮਾ ਪ੍ਰਭੂ ਯਿਸੂ ਮਸੀਹ, ਯੂਹੰਨਾ 2 ਤੋਂ ਮੈਂ ਕਲਾਮ ਪੜ੍ਹਦਾ, ਥੋੜ੍ਹੀ ਜਿਹੀ ਆਪਾਂ ਭੂਮਿਕਾ ਬਣਾਉਂਦੇ ਹਾਂ ਕਿ ਉੱਥੇ ਦਾ ਦ੍ਰਿਸ਼ ਕਿਆ ਸੀ। वो तीसरे दिन गलील के काना में किसी का ਵਿਆਹ था, यानी कि कोई रिश्तेदार ਦਾ किसी ਦਾ नाम नहीं हैगा। और यीशु की माता भी वहाँ थी। यीशु और उसके चेले भी उस विवाह में निमंत्रित थे। ਵਿਆਹ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਮਾਤਾ ਜੀ ਔਰ ਪਰਮਾਤਮਾ ਦੇ ਚੇਲੇ ਉੱਥੇ ਵਿਆਹ ਦੇ ਵਿੱਚ ਗਏ। ਵਿਆਹ ਦੇ ਵਿੱਚ ਫੰਕਸ਼ਨ ਚੱਲ ਰਿਹਾ, ਤਾਂ ਪ੍ਰਭੂ ਯਿਸੂ ਮਸੀਹ ਕਿਤੇ ਗਰੁੱਪ ਚੇਲਿਆਂ ਦੇ ਨਾਲ ਬੈਠੇ ਹੋਣੇ, ਕਿਸੇ ਟੇਬਲ 'ਤੇ ਬੈਠੇ ਹੋਣੇ, ਜੋ ਮੈਂ ਇਮੈਜਿਨ ਕਰ ਰਿਹਾ ਸੀਗਾ। ਅਤੇ ਉੱਥੇ ਬੈਠੇ ਇਨਸਾਨਾਂ ਨੂੰ ਦੇਖ ਰਹੇ ਹੋਣੇ, ਇੱਥੇ ਦੇ ਜਿਹੜੇ ਮਨੁੱਖ ਸੀਗੇ ਵੀ ਉਹ ਵਿਆਹ ਦੇ ਵਿੱਚ ਕੈਸੀ ਹਰ ਬੰਦਾ ਕੈਸੀ ਹਰਕਤਾਂ ਕਰਦਾ ਹੈ। ਅਤੇ ਪ੍ਰਭੂ ਸੋਚਦੇ ਹੋਣੇ ਕਿ ਮੈਨੇ ਇਹ ਲੋਕਾਂ ਦੇ ਲਈ, ਇਹ ਲੋਕਾਂ ਨੂੰ ਪਾਪਾਂ ਤੋਂ ਛਡਾਉਣ ਲਈ ਮੈਂ ਇੱਥੇ ਆਇਆ, ਮੈਨੇ ਇਹਨਾਂ ਲਈ ਮਰਨਾ ਹੈ। ਅਤੇ ਉੱਥੇ ਬੈਠੇ ਇਮੈਜਿਨ ਕਰ ਰਹੇ ਹੋਣੇ। ਲੇਕਿਨ ਉਸ ਜਗ੍ਹਾ 'ਤੇ जब दाखरस घट गया तो यीशु की माता ने उससे कहा, उनके पास दाखरस नहीं रहा। यीशु ने उससे कहा, हे महिला, मुझे तुझसे क्या काम, अभी मेरा समय नहीं आया। उसकी माता ने सेवकों से कहा, जो कुछ वह तुमसे कहे वही करना। वहाँ यहूदियों के शुद्ध करने की रीति के अनुसार पत्थर के 6 मटके धरे थे, उनमें 2-2, 3-3 मन समाता था। यीशु ने उनसे कहा, मटकों में पानी भर दो। उन्होंने उन्हें मुँह भर दिया। ਹੁਣ ਇਹ ਵਚਨ ਤਾਂ ਆਪਾਂ ਪੜ੍ਹਿਆ, ਵਿਆਹ ਦਾ ਦ੍ਰਿਸ਼ ਹੈ। ਪਰਮਾਤਮਾ ਦੇ ਚੇਲੇ ਅਤੇ ਉਹਨਾਂ ਦੀ ਮਾਤਾ ਉੱਥੇ ਉਹਨਾਂ ਦੇ ਨਾਲ ਹੈ। ਲੇਕਿਨ ਇਹ ਸਮੇਂ, ਵਿਆਹ ਵਾਲੇ ਸਮੇਂ, ਉਹ ਉੱਥੇ ਜੋ ਕੰਮ ਦਾਖਰਸ ਖਤਮ ਹੋਇਆ, ਪਾਣੀ ਭਰਿਆ ਗਿਆ। ਪਰਮਾਤਮਾ ਸਾਨੂੰ ਕੁਝ ਸਿਖਾਉਣਾ ਚਾਹੁੰਦੇ ਆ। ਕੀ ਸਿਖਾਉਣਾ ਚਾਹੁੰਦੇ ਆ? ਪ੍ਰਭੂ ਦੀ ਦਇਆ ਕਿਰਪਾ ਨਾਲ ਜੋ ਪਰਮਾਤਮਾ ਨੇ ਪ੍ਰਕਾਸ਼ ਇਸ ਨੌਕਰ 'ਤੇ ਕੀਤਾ ਹੈ, ਉਹ ਮੈਂ ਤੁਹਾਡੇ ਨਾਲ ਖੋਲ੍ਹਣਾ ਚਾਹੁੰਦਾ। ਪ੍ਰਭੂ ਕਹਿੰਦੇ, ਹਰ ਇੱਕ ਉਹ ਚੀਜ਼, ਉਹ ਬੁਰੀ ਗੱਲ ਜੋ ਆਪ ਜੀ ਦੇ ਜੀਵਨ ਦੇ ਵਿੱਚ ਹੈ, ਉਹ ਸੰਸਾਰ ਹੈ। ਅਤੇ ਪ੍ਰਭੂ ਕਹਿੰਦੇ, ਮੈਨੇ ਤੈਨੂੰ ਸੰਸਾਰ ਦੇ ਵਿੱਚੋਂ ਲੈ ਲਿਆ। ਜੇ ਸੰਸਾਰ ਦੇ ਵਿੱਚੋਂ ਪ੍ਰਭੂ ਨੇ ਸਾਨੂੰ ਲੈ ਲਿਆ ਤਾਂ ਫਿਰ ਇੱਕ ਮਕਸਦ ਵੀ ਹੈ ਕਿ ਫਿਰ ਪਰਮਾਤਮਾ ਕਹਿੰਦੇ ਆ ਕਿ ਹੁਣ ਤੂੰ ਸੰਸਾਰ ਦੇ ਵਿੱਚ ਵਾਪਸ ਨਹੀਂ ਜਾਣਾ।
ਤਾਂ ਸਾਡੇ ਅੰਦਰ ਤਾਂ ਪਰ ਹੁਣ ਅਸੀਂ ਕੀ ਹੈ ਕਿ ਅਸੀਂ ਸੰਸਾਰ ਦੇ ਵਿੱਚ ਵੀ ਰਹਿਣਾ ਹੈ, ਪਰਿਵਾਰ ਦੇ ਵਿੱਚ ਵੀ ਰਹਿਣਾ ਹੈ, ਜਿੱਥੇ ਕੰਮ ਰੁਜ਼ਗਾਰ ਕਰਦੇ ਆ ਉਸ ਜਗ੍ਹਾ 'ਤੇ ਵੀ ਰਹਿਣਾ ਹੈ। ਤਾਂ ਹੁਣ ਇੱਕ ਪਰਮਾਤਮਾ ਸਾਡੇ ਤੋਂ ਇੱਕ ਡਿਮਾਂਡ ਕਰਦੇ ਆ ਕਿ ਜੇ ਮੈंने ਤੈਨੂੰ ਸੰਸਾਰ ਦੇ ਵਿੱਚੋਂ ਲੈ ਲਿਆ ਤਾਂ ਇੱਕ ਡਿਮਾਂਡ ਹੈ, ਕੀ ਹੈ ਕਿ ਪਰਮਾਤਮਾ ਦੀ ਚਾਹਤ ਹੈ ਕਿ ਸੰਸਾਰ ਦੇ ਨਾਲ ਅਟੈਚਮੈਂਟ ਨਹੀਂ ਰੱਖਣੀ। ਜਿਸ ਤਰ੍ਹਾਂ ਪ੍ਰਭੂ ਕਹਿੰਦੇ ਆ ਕਲਾਮ ਦੇ ਵਿੱਚ ਲਿਖਿਆ ਕਿ हे ਮਾਤਾ, मैं दोबारा फिर लाइन पढ़दा, तो यीशु की माता ने उससे कहा, उनके पास दाखरस नहीं रहा। यीशु ने उससे कहा, हे महिला, मुझे तुझसे क्या काम, मुझे तुझसे क्या काम ਦਾ मतलब मेरी तेरे नाल क्या अटैचमेंट कि जे तुसी मैनू कहो कि मैं ਉਹ ਕੰਮ ਕਰਾਂ, मेरी ਤੁਹਾਡੇ ਨਾਲ ਕੀ ਅਟੈਚਮੈਂਟ। ਤਾਂ ਇਸੇ ਤਰ੍ਹਾਂ ਪਰਮਾਤਮਾ ਚਾਹੁੰਦੇ ਆ ਕਿ ਸਾਡੇ ਪਰਿਵਾਰ ਦੇ ਨਾਲ, ਸਾਡੀ ਸੰਸਾਰ ਦੇ ਨਾਲ, ਸਾਡੇ ਜਿੱਥੇ ਅਸੀਂ ਕੰਮ ਕਰਦੇ ਹਾਂ ਉਹਨਾਂ ਦੇ ਨਾਲ ਕੋਈ ਵੀ ਅਟੈਚਮੈਂਟ ਨਾ ਹੋਵੇ। ਤਾਂ ਫਿਰ ਕਿਆ ਹੋਵੇ? ਪਿਆਰ ਹੋਵੇ। ਪਿਆਰ ਔਰ ਅਟੈਚਮੈਂਟ ਦੇ ਵਿੱਚ ਬਹੁਤ ਫਰਕ ਹੈ। ਕੀ ਫਰਕ ਹੈ? ਨੰਬਰ 1, ਜਿਹੜੀ ਅਟੈਚਮੈਂਟ ਹੈ ਉਹ ਸਾਨੂੰ ਗੁਲਾਮ ਬਣਾਉਂਦੀ ਹੈ। ਜਿਹੜਾ ਪਿਆਰ ਹੈ ਉਹ ਸਾਨੂੰ ਆਜ਼ਾਦ ਕਰਦਾ। ਪਿਆਰ ਦੇ ਵਿੱਚ ਹਰ ਇੱਕ ਦੀ ਆਜ਼ਾਦ ਮਰਜ਼ੀ ਹੁੰਦੀ ਹੈ। ਪਰਮੇਸ਼ਵਰ ਪਿਆਰ ਹੈ, ਉਹ ਆਜ਼ਾਦ ਹੈ। ਅਟੈਚਮੈਂਟ ਸਾਨੂੰ ਗੁਲਾਮ ਬਣਾਉਂਦੀ ਹੈ। ਇਸੇ ਤਰ੍ਹਾਂ ਹੀ ਪ੍ਰਭੂ ਨੇ ਪਿਆਰ ਦੇ ਵਿੱਚ ਉੱਥੇ ਮਟਕਿਆਂ ਨੂੰ ਭਰਨ ਦੇ ਲਈ ਕਿਹਾ। ਉੱਥੇ ਮਟਕੇ, ਮਿੱਟੀ ਦੇ ਮਟਕੇ ਸੀਗੇ 6 ਮਟਕੇ। 6 ਦਾ ਮਤਲਬ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਜਦੋਂ ਇਨਸਾਨ ਨੂੰ ਬਣਾਇਆ ਸੀ ਉਹ 6ਵੇਂ ਦਿਨ ਬਣਾਇਆ ਸੀ ਔਰ ਮਿੱਟੀ ਦੇ ਨਾਲ ਬਣਾਇਆ ਸੀ। ਇਨਸਾਨ ਮਿੱਟੀ ਦਾ ਬਣਿਆ ਹੋਇਆ। ਤਾਂ ਯਿਸੂ ਮਸੀਹ ਦਾ ਜਿਹੜਾ ਇਸ਼ਾਰਾ ਸੀ ਉਹ ਸਾਡੇ ਵੱਲ ਸੀ ਕਿ ਇਸੇ ਤਰ੍ਹਾਂ ਹੀ ਜਦੋਂ ਵੀ ਲੋਕ, ਹੁਣ ਆਪਾਂ ਨੇ ਸੋਚਣਾ ਹੈ ਕਿ ਉੱਥੇ ਤਾਂ ਖਤਮ ਹੋਇਆ ਦਾਖਰਸ। ਫਿਰ ਪ੍ਰਭੂ ਨੇ ਕੀ ਕਿਹਾ ਆਪਣੇ ਉੱਥੇ ਸੇਵਕਾਂ ਨੂੰ ਕਿ ਇਹ 6 ਮਟਕਿਆਂ ਨੂੰ ਪਾਣੀ ਨਾਲ ਭਰ ਦਿਓ। ਤਾਂ ਪਰਮਾਤਮਾ ਦੇ ਜਿਹੜੇ ਸੇਵਕ ਸੀਗੇ ਉਹਨਾਂ ਨੇ ਉਹ ਮਟਕਿਆਂ ਨੂੰ ਮੂੰਹੋਂ ਪਾਣੀ ਨਾਲ ਭਰ ਦਿੱਤਾ। ਲੇਕਿਨ ਉਹ ਸੋਚਦੇ ਹੋਣੇ ਖਤਮ ਤਾਂ ਦਾਖਰਸ ਹੋਈ ਹੈ ਤੇ ਪ੍ਰਭੂ ਯਿਸੂ ਮਸੀਹ ਨੇ ਪਾਣੀ ਭਰਨ ਨੂੰ ਕਿਹਾ ਮਟਕਿਆਂ 'ਚ। ਲੇਕਿਨ ਭਰਦੇ ਹੋਏ ਸੋਚਦੇ ਹੋਣੇ, ਲੇਕਿਨ ਪ੍ਰਭੂ ਅੱਗੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕਿੰਤੂ ਪਰੰਤੂ ਨਹੀਂ ਕੀਤਾ। ਉਹਨਾਂ ਨੇ ਪਰਮਾਤਮਾ ਦਾ ਹੁਕਮ ਮੰਨਿਆ ਔਰ ਆਪਣੀ ਸਮਝ ਦਾ ਸਹਾਰਾ ਨਹੀਂ ਲਿੱਤਾ ਉਹਨਾਂ ਨੇ। ਇਸੇ ਤਰ੍ਹਾਂ ਹੀ ਜਦੋਂ ਸਾਨੂੰ ਸੱਚਾਈ ਪਤਾ ਚੱਲਦੀ ਹੈ ਕਿ ਜੋ ਅਸੀਂ ਕਰ ਰਹੇ ਹਾਂ, ਜੋ ਵੀ ਅਸੀਂ ਕਰ ਰਹੇ ਹਾਂ ਉਹ ਗਲਤ ਹੈ। ਜੋ ਵੀ ਸਾਡੇ ਅੰਦਰ ਕਿਸੇ ਵੀ ਪ੍ਰਕਾਰ ਦਾ ਸਾਡੇ ਅੰਦਰ ਪਾਪ ਹੈ, ਕਿਸੇ ਵੀ ਪ੍ਰਕਾਰ ਦੀ ਸਾਡੇ ਅੰਦਰ ਕੋਈ ਵੀ ਲੱਤ ਹੈ ਜਿਹੜੀ ਸਾਡੇ ਅੰਦਰ ਤੋਂ ਜਾ ਨਹੀਂ ਰਹੀ, ਅਸੀਂ ਬਹੁਤ ਕੋਸ਼ਿਸ਼ਾਂ ਕਰਦੇ ਹਾਂ ਕਿ ਇਹ ਪਾਪ ਨੂੰ ਛੱਡ ਦਈਏ। ਕੋਈ ਵੀ ਇਨਸਾਨ ਨਹੀਂ ਚਾਹੁੰਦਾ ਕਿ ਉਹ ਪਾਪ ਦੇ ਵਿੱਚ ਫਸਿਆ ਰਹੇ। ਹਰ ਬੰਦਾ, ਪਰ ਕਿਉਂਕਿ ਜਦੋਂ ਵੀ ਪਰਮਾਤਮਾ ਨੇ ਇਨਸਾਨ ਨੂੰ ਬਣਾਇਆ ਸੀ ਤਾਂ ਆਪਣੇ ਸਵਰੂਪ 'ਚ ਬਣਾਇਆ ਸੀ। ਹੁਕਮ ਨਾ ਮੰਨਣ ਕਰਕੇ ਸਵਰੂਪ ਖਰਾਬ ਹੋ ਗਿਆ। ਤਾਂ ਇਸੀ ਤਰ੍ਹਾਂ ਹੀ ਹਰ ਵਿਅਕਤੀ ਪਾਪ ਨੂੰ ਛੱਡਣਾ ਚਾਹੁੰਦਾ ਹੈ ਕਿ ਮੈਂ ਪਾਪ ਨੂੰ ਛੱਡਾਂ, ਲੇਕਿਨ ਉਹ ਬੜਾ ਛਟਪਟਾਉਂਦਾ ਹੈ, ਲੇਕਿਨ ਪਾਪ ਨੂੰ ਛੱਡ ਨਹੀਂ ਪਾਉਂਦਾ। ਵਾਅਦੇ ਕਰਦਾ ਹੈ, ਅੱਜ ਨਹੀਂ ਕਰਾਂਗਾ, ਪ੍ਰਾਰਥਨਾ ਕਰਦਾ ਪ੍ਰਭੂ ਅੱਗੇ, ਲੇਕਿਨ ਨਹੀਂ ਹੁੰਦਾ, ਨਹੀਂ ਛੱਡਿਆ ਜਾਂਦਾ। ਅੱਜ ਛੱਡਿਆ, 4 ਦਿਨਾਂ ਬਾਅਦ ਫਿਰ ਕਰਦਾ ਹੈ। ਫਿਰ ਕਮੀ ਕਿੱਥੇ ਆ? ਕਮੀ ਕੀ ਹੈ ਕਿ ਨਹੀਂ ਹੋ ਰਿਹਾ?
ਤਾਂ ਇਸੇ ਤਰ੍ਹਾਂ ਹੀ ਜਦੋਂ ਦਾਖ ਰਸ ਖਤਮ ਹੋ ਚੁੱਕਿਆ ਸੀ, ਫਿਰ ਪ੍ਰਭੂ ਨੇ ਆਪਣਾ ਕੰਮ ਸ਼ੁਰੂ ਕੀਤਾ। ਪਾਣੀ ਭਰਾਇਆ ਮਟਕਿਆਂ ਦੇ ਵਿੱਚ, ਤਾਂ ਉਸ ਪਾਣੀ ਨੂੰ ਦਾਖ ਰਸ ਦੇ ਵਿੱਚ ਬਦਲ ਦਿੱਤਾ। ਤਾਂ ਜਦੋਂ ਜਿਹੜਾ ਉਸ ਦਾ ਜਿਸਨੇ ਪ੍ਰਬੰਧਕ ਸੀਗਾ ਉੱਥੇ ਦਾ, ਉਸ ਫੰਕਸ਼ਨ ਦਾ, ਉਸ ਭੋਜ ਦਾ ਪ੍ਰਬੰਧਕ ਸੀਗਾ, ਉਸ ਨੂੰ ਉਹ ਦਾਖ ਰਸ ਟੇਸਟ ਕਰਾਇਆ, ਤਾਂ ਉਹ ਕਹਿ ਰਹੇ ਸੀ ਵੀ ਇੰਨਾ ਵਧੀਆ ਦਾਖ ਰਸ ਕਿੱਥੇ ਰੱਖ ਛੱਡਿਆ ਹੋਇਆ ਸੀ। ਕੰਮ ਕਦੋਂ ਸ਼ੁਰੂ ਕੀਤਾ? ਜਦੋਂ ਉਹਨਾਂ ਨੇ ਕਿਉਂਕਿ ਉਹਨਾਂ ਨੇ ਆਪ ਦਾ ਕੰਮ ਖਤਮ ਕਰ ਲਿਆ ਸੀ, ਉਹਨਾਂ ਦੀ ਕੋਸ਼ਿਸ਼ਾਂ ਖਤਮ ਹੋ ਚੁੱਕੀਆਂ ਸੀ ਵੀ ਹੁਣ ਅਸੀਂ ਕੀ ਕਰੀਏ। ਇਸੇ ਤਰ੍ਹਾਂ ਹੀ ਪਰਮਾਤਮਾ ਅੱਜ ਸਾਡੇ ਤੋਂ ਚਾਹੁੰਦੇ ਹੈ, ਉਹਨਾਂ ਦੀ ਚਾਹਤ ਸਾਡੇ ਤੋਂ ਹੈ, ਸਾਨੂੰ ਇਹ ਸਿਖਾਉਣਾ ਚਾਹੁੰਦੇ ਹੈ ਕਿ ਤੁਸੀਂ ਆਪਣੀ ਕੋਸ਼ਿਸ਼ਾਂ ਨੂੰ ਜੋ ਅੱਜ ਤੱਕ ਤੁਸੀਂ ਕਰਦੇ ਰਹੇ ਉਹਨਾਂ ਨੂੰ ਖਤਮ ਕਰੋ, ਔਰ ਪਰਮਾਤਮਾ ਚਾਹੁੰਦੇ ਕਿ ਤੁਸੀਂ ਮੇਰੇ ਚਰਨਾਂ ਦੇ ਵਿੱਚ ਆਓ ਔਰ ਮੈਨੂੰ ਦੱਸੋ, ਮੈਂ ਸੁਣਦਾ, ਮੈਂ ਦੇਖਦਾ, ਮੈਨੂੰ ਦੱਸੋ, ਮੈਨੂੰ ਆਪਣੇ ਆਪ ਨੂੰ ਸਮਰਪਣ ਕਰੋ। ਉਹ ਸਾਡੇ ਤੋਂ ਸਮਰਪਣ ਚਾਹੁੰਦੇ ਆ ਕਿ ਅਸੀਂ ਸਮਰਪਣ ਕਰੀਏ। ਤਾਂ ਪ੍ਰਭੂ ਨੂੰ ਕਹੀਏ ਕਿ ਪ੍ਰਭੂ ਮੈਨੂੰ ਬਹੁਤ ਸਾਲ ਹੋ ਗਏ ਪਾਪਾਂ ਦੇ ਵਿੱਚ ਫਸੇ ਹੋਏ, ਮੇਰੇ ਤੋਂ ਇਹ ਪਾਪ ਛੁੱਟ ਨਹੀਂ ਰਹੇ, ਮੇਰੇ ਤੋਂ ਇਹ ਪਾਪ ਹੁੰਦੇ ਹੀ ਜਾ ਰਹੇ ਆ, ਮੇਰੇ ਤੋਂ ਮੈਂ ਗੁਨਾਹ ਪਾਪਾਂ ਦੇ ਵਿੱਚ ਲੱਦਿਆ ਪਿਆ, ਮੈਂ ਪਾਪਾਂ ਨੂੰ ਛੱਡਣਾ ਚਾਹੁੰਦਾ ਲੇਕਿਨ ਨਹੀਂ ਛੱਡ ਪਾ ਰਿਹਾ। ਪਰਮਾਤਮਾ ਦੇ ਚਰਨਾਂ 'ਚ ਜਾ ਕੇ ਗਿੜਗੜਾਉਣਾ ਪਏਗਾ। ਇਸ ਚੀਜ਼ ਨੂੰ ਸਮਰਪਣ ਕਹਿੰਦੇ ਆ। ਲੇਕਿਨ ਅਸੀਂ ਇਹ ਕੰਮ ਨਹੀਂ ਕਰ ਪਾ ਰਹੇ, ਸਮਰਪਣ ਨਹੀਂ ਕਰ ਪਾ ਰਹੇ। ਪ੍ਰਭੂ ਨੇ ਮੇਰੇ ਭੈਣੋ ਅਤੇ ਭਰਾਵੋ, ਆਪਣੇ ਆਪ ਨੂੰ ਪਾਪਾਂ ਦੇ ਵਿੱਚੋਂ ਨਿਕਾਲਣ ਦਾ ਪ੍ਰਯਾਸ ਨਾ ਕਰੋ, ਸਿਰਫ ਪਰਮਾਤਮਾ ਦੇ ਚਰਨਾਂ 'ਚ ਜਾਓ, ਸਮਰਪਣ ਕਰੋ। ਪ੍ਰਭੂ ਚਾਹੁੰਦੇ ਆ ਆਪ ਆਪਣੀ ਸਮਰਪਣ ਦੇ ਵਿੱਚ ਬਸ ਮੈਂ ਇੱਕ ਗੱਲ ਹੋਰ ਕਹਿ ਕੇ ਉਹ ਕਰਦਾ ਕਿ ਪ੍ਰਭੂ ਉਸ ਟਾਈਮ ਕੀ ਚਾਹ ਰਹੇ ਸੀਗੇ ਕਿ ਕਦੋਂ ਇਹ ਸਮਰਪਣ ਕਰਨ, ਕਦੋਂ ਮੈਂ ਆਪਣਾ ਕੰਮ ਸ਼ੁਰੂ ਕਰਾਂ। ਕਿਉਂਕਿ ਪਹਿਲਾਂ ਜਿਹੜਾ ਦਾਖ ਰਸ ਬਣਿਆ ਹੋਇਆ ਸੀਗਾ, ਪ੍ਰਭੂ ਕਹਿਣਾ ਚਾਹ ਰਿਹਾ ਕਿ ਪਹਿਲਾਂ ਜਿਹੜਾ ਦਾਖ ਰਸ ਬਣਿਆ ਹੋਇਆ ਸੀ ਉਹ ਇਨਸਾਨ ਦੀ ਮਦਦ ਨਾਲ ਬਣਿਆ ਹੋਇਆ ਸੀ। ਕਿਉਂਕਿ ਪਹਿਲਾਂ ਅਸੀਂ ਆਪਣੀ ਮਦਦ ਦੇ ਨਾਲ ਅਸੀਂ ਆਪਣੇ ਪਾਪਾਂ ਨੂੰ ਛੱਡਣਾ ਚਾਹ ਰਹੇ ਸੀ, ਅਸੀਂ ਆਪਣੇ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਬਣਾ ਰਹੇ ਸੀ। ਲੇਕਿਨ ਪਰਮਾਤਮਾ ਨੇ ਕਿਹਾ ਕਿ ਤੁਸੀਂ ਆਪਣਾ ਜਿੰਨਾ ਵੀ ਤੁਸੀਂ ਕੋਸ਼ਿਸ਼ ਕੀਤੀ ਹੈ ਉਹ ਆਪਣੀ ਕੋਸ਼ਿਸ਼ਾਂ ਨੂੰ ਖਤਮ ਕਰੋ, ਤਾਂ ਮੈਂ ਤੁਹਾਡੇ ਵਿੱਚ ਇੱਕ ਨਵਾਂ ਦਾਖ ਰਸ ਪਾਊਂਗਾ। ਜਦੋਂ ਤੁਸੀਂ ਸਮਰਪਣ ਕਰੋਗੇ ਫਿਰ ਪਰਮਾਤਮਾ ਸਾਡੇ ਅੰਦਰ ਦਾਖ ਰਸ ਪਾਉਣਗੇ, ਫਿਰ ਪਰਮਾਤਮਾ ਸਾਡੇ ਅੰਦਰ ਉਹ ਤੇਜ, ਉਹ ਗਲੋਰੀ, ਉਹ ਮਹਿਮਾ ਦੇ ਵਸਤਰ, ਉਹ ਪ੍ਰਾਰਥਨਾ ਦਾ ਜੀਵਨ ਜੋ ਪਹਿਲਾਂ ਸੀਗਾ, ਜੋ ਖੋ ਚੁੱਕਿਆ ਸੀ, ਉਹ ਪ੍ਰਾਰਥਨਾ ਦਾ ਜੀਵਨ, ਉਹ ਵਚਨ ਦਾ ਜੀਵਨ, ਉਹ ਵਚਨ ਦੇ ਮੰਨਣ ਕਰਨ ਦਾ ਜੀਵਨ, ਫਿਰ ਪਰਮਾਤਮਾ ਫਿਰ ਤੋਂ ਤੁਹਾਡੇ ਅੰਦਰ ਪਾਉਣਗੇ। ਲੇਕਿਨ ਸਾਨੂੰ ਚਾਹੀਦਾ ਕੀ ਹੈ? ਸਮਰਪਣ। ਫਿਰ ਜਦੋਂ ਸਮਰਪਣ ਹੁੰਦਾ ਤਾਂ ਫਿਰ ਸੰਤ ਕਹਿੰਦਾ, ਮੈਂ ਪ੍ਰਭੂ ਯਿਸੂ ਮਸੀਹ ਦੇ ਨਾਲ ਕਰੂਸ 'ਤੇ ਚੜ੍ਹਾਇਆ ਗਿਆ, ਹੁਣ ਮੈਂ ਜੀਵਿਤ ਨਹੀਂ ਬਲਕਿ ਮਸੀਹ ਮੁਝ ਮੇਂ ਜੀਵਿਤ ਹੈ। ਤਾਂ ਜਦੋਂ ਸਾਡਾ ਸਮਰਪਣ ਹੁੰਦਾ ਹੈ ਫਿਰ ਪਰਮਾਤਮਾ ਸਾਨੂੰ ਬਦਲਦੇ ਹੈ। ਇਹ ਛੋਟਾ ਜਿਹਾ ਕਲਾਮ ਪ੍ਰਭੂ ਦੀ ਦਇਆ ਕਿਰਪਾ ਦੁਆਰਾ ਮੈਨੂੰ ਦਿੱਤਾ ਹੈ। ਮੈਂ ਸਾਰੇ ਭੈਣ ਭਾਈਆਂ ਨੂੰ ਬੇਨਤੀ ਪ੍ਰਾਰਥਨਾ ਕਰਦਾ ਹਾਂ ਕਿ ਸਮਰਪਣ ਬਹੁਤ ਜ਼ਰੂਰੀ ਹੈ। ਸਮਰਪਣ ਤੋਂ ਬਗੈਰ ਅਸੀਂ, ਪ੍ਰਭੂ ਨੇ ਵੀ ਕਿਹਾ ਵਚਨ ਦੇ ਵਿੱਚ, ਪ੍ਰਭੂ ਕਹਿੰਦੇ ਤੁਸੀਂ ਮੇਰੇ ਤੋਂ ਬਗੈਰ ਕੁਛ ਨਹੀਂ ਕਰ ਸਕਦੇ। ਇਸ ਲਈ ਸਮਰਪਣ ਤੋਂ ਬਗੈਰ ਅਸੀਂ ਕੁਛ ਨਹੀਂ ਕਰ ਸਕਦੇ, ਸਾਡੀ ਸਾਰੀ ਕੋਸ਼ਿਸ਼ਾਂ ਬੇਕਾਰ ਹੈ। ਧੰਨਵਾਦ ਪ੍ਰਭੂ ਯਿਸੂ ਮਸੀਹ ਇਸ ਕਲਾਮ ਦੁਆਰਾ ਤੁਹਾਨੂੰ ਸਭਨਾਂ ਨੂੰ ਯਿਸੂ ਮਸੀਹ ਨਾਲ ਆਸ਼ੀਸ਼ ਦੇਵੇ। ਜੈ ਮਸੀਹ ਦੀ।